ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੇ ਆਪਣੇ ਘਰ ਵਿੱਚ ਸੁਰੱਖਿਅਤ ਅਤੇ ਸਿਹਤਮੰਦ ਹੋਵੋਗੇ। ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤਿਕ ਕਿਰਨਾਂ ਭਾਗ 2 ਵਿੱਚੋਂ ਇੱਕ ਕਵਿਤਾ ਕਰਨ ਜਾ ਰਹੇ ਹਾਂ, ਜਿਸ ਦਾ ਨਾਂ ਹੈ ਮਾਨ ਪੰਜਾਬੀ ਦਾ। ਪਿਆਰੇ ਬੱਚਿਓ, ਇਹ ਕਵਿਤਾ ਮਾਨ ਪੰਜਾਬੀ ਦਾ ਕਵੀ ਕੁਲਵੰਤ ਸਿੰਘ ਰਫੀਕ ਦੀ ਲਿਖੀ ਹੋਈ ਹੈ। ਬੱਚਿਓ, ਕੁਲਵੰਤ ਸਿੰਘ ਰਫੀਕ ਇੱਕ ਬਹੁਤ ਹੀ ਉੱਘੇ ਕਵੀ ਹੋਏ ਹਨ, ਜਿਨ੍ਹਾਂ ਦੀਆਂ ਕਵਿਤਾਵਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਹੁਤ ਹੀ ਮਾਣ ਦਿੱਤਾ ਗਿਆ ਹੈ ਅਤੇ ਉਹ ਪੰਜਾਬੀ ਹੋਣ 'ਤੇ ਬਹੁਤ ਮਾਣ ਕਰਦੇ ਹਨ ਅਤੇ ਸਾਰਿਆਂ ਨੂੰ ਇਹੀ ਸੁਨੇਹਾ ਦਿੰਦੇ ਹਨ ਕਿ ਸਾਨੂੰ ਪੰਜਾਬੀ ਬੋਲੀ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਇਸ ਦਾ ਮਾਣ ਕਰਨਾ ਚਾਹੀਦਾ ਹੈ। ਬੱਚਿਓ, ਚਲੋ ਫਿਰ ਕਵਿਤਾ ਸ਼ੁਰੂ ਕਰਦੇ ਹਾਂ। ਕਵੀ ਕਹਿ ਰਿਹਾ ਹੈ, ਰੋਮ ਰੋਮ 'ਚੋਂ ਕਰੀਏ ਇਉਂ ਸਨਮਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਬੱਚਿਓ, ਕਵੀ ਕੀ ਕਹਿਣਾ ਚਾਹ ਰਿਹਾ ਹੈ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਆਪਣੇ ਰੋਮ ਰੋਮ ਮਤਲਬ ਆਪਣੇ ਕਣ ਕਣ, ਆਪਣੇ ਸਰੀਰ ਦੇ ਕਣ ਕਣ 'ਚੋਂ ਇਸ ਪ੍ਰਕਾਰ ਸਨਮਾਨ ਕਰਨਾ ਚਾਹੀਦਾ ਹੈ ਕਿ ਸਾਡੀ ਰੂਹ ਦਾ ਕਣ ਕਣ ਲੂ ਲੂ ਕਹਿ ਉੱਠੇ ਕਿ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਉੱਪਰ ਮਾਣ ਹੈ। ਅੱਗੇ ਕਵੀ ਕੀ ਕਹਿ ਰਿਹਾ ਹੈ ਬੱਚਿਓ, ਇਸ ਬੋਲੀ ਵਿੱਚ ਮਾਂ ਵਰਗੀ ਮਮਤਾ ਦੀ ਬਖਸ਼ਿਸ਼ ਹੈ, ਤਪਦੇ ਹਿਰਦੇ ਠਾਰਨ ਵਾਲੀ ਜਿਉਂ ਕੋਈ ਬਾਰਿਸ਼ ਹੈ। ਕਵੀ ਮਾਂ ਬੋਲੀ ਪੰਜਾਬੀ ਨੂੰ ਆਪਣੀ ਮਾਂ ਵਰਗੀ ਮਮਤਾ ਦੀ ਬਖਸ਼ਿਸ਼ ਵਾਂਗੂ ਸਮਝਦਾ ਹੈ। ਕਵੀ ਕਹਿ ਰਿਹਾ ਹੈ ਕਿ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਉਸ 'ਤੇ ਮਿਹਰ ਦਾ ਹੱਥ ਧਰਦੀ ਹੈ, ਉਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਵੀ ਸਾਡੇ 'ਤੇ ਮਿਹਰ ਕਰਦੀ ਹੈ, ਸਾਡੇ 'ਤੇ ਬਖਸ਼ਿਸ਼ ਕਰਦੀ ਹੈ। ਤਪਦੇ ਹਿਰਦੇ ਠਾਰਨ ਵਾਲੀ ਜਿਉਂ ਕੋਈ ਬਾਰਿਸ਼ ਹੈ। ਬੱਚਿਓ, ਕਵੀ ਕਹਿ ਰਿਹਾ ਹੈ ਕਿ ਜਿਵੇਂ ਤਪਦੇ ਹਿਰਦੇ ਮਤਲਬ ਸਾਡੇ ਜਿਹੜੇ ਅਸ਼ਾਂਤ ਮਨ ਹਨ, ਇਹਨਾਂ ਨੂੰ ਠੰਡ ਪਾਉਣ ਲਈ ਜਦੋਂ ਕੋਈ ਬਾਰਿਸ਼ ਪੈ ਜਾਂਦੀ ਹੈ ਤੇ ਸਾਡੇ ਮਨ ਨੂੰ ਠੰਡਕ ਮਿਲ ਜਾਂਦੀ ਹੈ, ਉਸੇ ਤਰ੍ਹਾਂ ਬੱਚਿਓ ਸਾਡੀ ਪੰਜਾਬੀ ਬੋਲੀ ਵੀ ਸਾਡੇ ਮਨ ਨੂੰ, ਸਾਡੇ ਤਨ ਨੂੰ ਠੰਡਕ ਪਹੁੰਚਾਉਂਦੀ ਹੈ। ਬੱਚਿਓ, ਬਖਸ਼ਿਸ਼ ਸ਼ਬਦ ਦਾ ਅਰਥ ਹੈ ਕਿਰਪਾ और दया करना, और तपदे का मतलब गुस्से वाला, अशांत, बेचैन, ठारना मतलब शांत करना। अगे देखो बच्चों, रब्बी उस्तत वांगू है गुणगान पंजाबी दा, जर्रा जर्रा कह उठे सानू मान पंजाबी दा। कवि कह रहा है कि रब्बी उस्तत वांगू सानू जिस तरह असी अपने रब दी, अपने वाहिगुरु दी भगती करते हाँ, उसकी उस्तत करते हाँ, उस तरह ही सानू पंजाबी बोली का भी गुणगान करना चाहिए तां जो साडा जरा जरा साडा लू लू कह उठे कि सानू अपनी माँ बोली उपर मान है। उस्तत का अर्थ है बच्चों जस और प्रशंसा, सिफत, तारीफ। अगे देखो बच्चों, गुरुआं दी किरपा पात्र संगी गुरबानी दी, सूफिया ने भी इसकी खुशबू रज रज मानी सी। कवि कह रहा है कि पंजाबी बोली उपर गुरुआं दी बहुत किरपा रही है अते यह गुरबानी दी भी साथन बनी हुई है, अर्थात कि गुरु साहिबान ने गुरबानी दी जिन्नी भी रचना की है उस विच पंजाबी बोली नूं ही माध्यम बनाया है। सूफिया ने भी, सूफी अर्थात सूफी कवि जड़े हुए हैं, उन्होंने ने भी पंजाबी दी खुशबू नूं रज रज मानिया सी, भाव उन्हां दी बाणी तो भी पंजाबी दा सुहज स्पष्ट रूप प्रकट हुंदा है। भगतां ने भी कीता है शुकरान पंजाबी दा, जर्रा जर्रा कह उठे सानू मान पंजाबी दा। भगत बच्चों अर्थात जिहड़े भगत कवि होए हैं, उन्हां ने भी अपनी भगती कवितावां विच पंजाबी बोली का बहुत ही शुकराना किया है, बहुत ही धन्नवाद किया है। इसे तरह बच्चों सानू भी अपने जर्रे जर्रे, अपने लू लू तो पंजाबी भाषा उपर मान होना चाहिए है। संगी का अर्थ है बच्चों साथी, अते शुकराना का मतलब है धन्नवाद। अगे देखो बच्चों, पंज दरियावां दी लहरां दी ये हानी है, ताहियों किस्से कारां दी ये दिल दी रानी है। कवि की कह रहा है कि जिहड़ी साडी माँ बोली पंजाबी है, ये तो पंज दरियावां दियां लहरां दी भी हानन है। पंज दरिया मतलब बच्चों रावी, ब्यास, सतलुज, झेलम अते चनाब, इन्हां दे भी लहरां दी हानन है कि जिवें जिवें इन्हां दी लहरां वधियां गईयां उस तरह ही पंजाबी का भी विस्तार हुंदा गया। ताहियों किस्से कारां दी ये दिल दी रानी है, ताहियों जिहड़े साडे किस्सेकार होए हन बच्चों,
ਜਿਹੜੇ ਕਿ ਅੱਗੇ ਦੱਸੇ ਗਏ ਹਨ, ਪੀਲੂ, ਵਾਰਿਸ਼ ਅਤੇ ਹਾਸ਼ਮ, ਇਹਨਾਂ ਨੇ ਵੀ ਜਿਹੜੇ ਆਪਣੇ ਕਿੱਸੇ ਲਿਖੇ ਹਨ ਉਹ ਸਾਰੇ ਹੀ ਪੰਜਾਬੀ ਭਾਸ਼ਾ ਨੂੰ ਹੀ ਮੁੱਖ ਰੂਪ ਵਿੱਚ ਪੰਜਾਬੀ ਭਾਸ਼ਾ ਵਿੱਚ ਹੀ ਲਿਖੇ ਹਨ। ਪੀਲੂ, ਵਾਰਿਸ਼, ਹਾਸ਼ਮ ਕਰਨ ਬਖਾਨ ਪੰਜਾਬੀ ਦਾ, ਜ਼ਰਾ ਜ਼ਰਾ ਕਹਿ ਉੱਠੇ ਸਾਨੂੰ ਮਾਣ ਪੰਜਾਬੀ ਦਾ। ਪੀਲੂ, ਵਾਰਿਸ਼ ਅਤੇ ਹਾਸ਼ਮ ਬੱਚਿਓ, ਜਿਵੇਂ ਤੁਹਾਨੂੰ ਮੈਂ ਪਹਿਲੇ ਹੀ ਦੱਸਿਆ ਕਿ ਇਹ ਕਿੱਸੇਕਾਰ ਹੋਏ ਹਨ, ਜਿਨ੍ਹਾਂ ਨੇ ਪੀਲੂ ਨੇ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਹੈ, ਵਾਰਿਸ਼ ਸ਼ਾਹ ਨੇ ਹੀਰ ਰਾਂਝਾ ਦਾ ਕਿੱਸਾ ਲਿਖਿਆ ਹੈ ਤੇ ਹਾਸ਼ਮ ਨੇ ਸੋਨੀ ਮਹੀਵਾਲ ਦਾ ਕਿੱਸਾ ਲਿਖਿਆ ਹੈ। ਬੱਚਿਓ, ਉਹਨਾਂ ਨੇ ਆਪਣੇ ਕਿੱਸਿਆਂ ਵਿੱਚ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕੀਤੀ ਹੈ ਤੇ ਸਾਨੂੰ ਵੀ ਕਵੀ ਇਹੀ ਕਹਿ ਰਿਹਾ ਕਿ ਸਾਨੂੰ ਵੀ ਇਸੇ ਤਰ੍ਹਾਂ ਹੀ ਪੰਜਾਬੀ ਦੀ ਵਰਤੋਂ ਕਰਕੇ ਪੰਜਾਬੀ ਦਾ ਸਨਮਾਨ ਕਰਨਾ ਚਾਹੀਦਾ ਤੇ ਪੰਜਾਬੀ ਉੱਤੇ ਮਾਣ ਕਰਨਾ ਚਾਹੀਦਾ ਹੈ। ਹਾਨੀ ਦਾ ਅਰਥ ਹੈ ਸਾਥਣ, ਹਮ ਉਮਰ, ਵੇਲੀ, ਤਾਹੀਓ ਮਤਲਬ ਇਸੇ ਕਰਕੇ। ਕਿੱਸੇਕਾਰਾ ਮਤਲਬ ਜਿਹੜੇ ਵਿਅਕਤੀ ਕਿੱਸਾ ਲਿਖਣ ਵਾਲੇ ਹਨ। ਬਖਾਨ ਕਰਨਾ, ਕਿਸੇ ਚੀਜ਼ ਦਾ ਵਿਆਖਿਆਨ ਕਰਨਾ, ਉਸ ਨੂੰ ਵਿਸਥਾਰ ਵਿੱਚ ਦੱਸਣਾ। ਕਵੀ ਕਹਿ ਰਿਹਾ ਹੈ ਅਫਸੋਸ ਜੋ ਇਸ ਬੋਲੀ ਤੋਂ ਰੋਟੀ ਖਾਂਦੇ ਨੇ, ਉਹੀ ਉਹ ਆਪਣੇ ਘਰਾਂ 'ਚ ਇੰਗਲਿਸ਼ ਬੋਲੀ ਜਾਂਦੇ ਨੇ। ਕਵੀ ਇਸ ਗੱਲ ਦਾ ਅਫਸੋਸ ਪ੍ਰਗਟ ਕਰ ਰਿਹਾ ਹੈ ਕਿ ਜਿਹੜੇ ਕਲਾਕਾਰ, ਜਿਹੜੇ ਫਨਕਾਰ ਪੰਜਾਬੀ ਬੋਲੀ ਤੋਂ ਹੀ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ, ਉਹ ਵੀ ਆਪਣੇ ਘਰਾਂ ਵਿੱਚ ਅਤੇ ਆਪਣੇ ਬੱਚਿਆਂ ਨੂੰ ਇੰਗਲਿਸ਼ ਹੀ ਬੋਲਦੇ ਹਨ ਅਤੇ ਇੰਗਲਿਸ਼ ਦੀ ਹੀ ਵਰਤੋਂ ਕਰਦੇ ਹਨ। ਨਾ ਸ਼ੁਕਰੇ ਜੋ ਨਹੀਂ ਮੰਨਦੇ ਅਹਿਸਾਨ ਪੰਜਾਬੀ ਦਾ, ਅਜਿਹੇ ਨਾ ਸ਼ੁਕਰੇ ਲੋਕ ਜਿਹੜੇ ਪੰਜਾਬੀ ਦਾ ਅਹਿਸਾਨ ਨਹੀਂ ਮੰਨਦੇ ਹਨ, ਕਵੀ ਉਹਨਾਂ ਤੋਂ ਬਹੁਤ ਹੀ ਦੁਖੀ ਹੁੰਦਾ ਹੈ। ਪਰ ਕਵੀ ਸਾਨੂੰ ਇਹੀ ਪ੍ਰੇਰਿਤ ਕਰ ਰਿਹਾ ਹੈ ਕਿ ਸਾਨੂੰ ਹਮੇਸ਼ਾ ਹੀ ਆਪਣੀ ਪੰਜਾਬੀ ਮਾਂ ਬੋਲੀ ਦਾ ਸਨਮਾਨ ਕਰਨਾ ਚਾਹੀਦਾ ਹੈ, ਪੰਜਾਬੀ ਉੱਪਰ ਮਾਣ ਕਰਨਾ ਚਾਹੀਦਾ ਹੈ। ਰੋਟੀ ਦਾ ਅਰਥ ਹੈ ਬੱਚਿਓ ਰਿਜ਼ਕ, ਕਮਾਈ, ਨਾ ਸ਼ੁਕਰੇ ਜੋ ਕਿਸੇ ਦੇ ਸ਼ੁਕਰਗੁਜ਼ਾਰ ਨਾ ਹੋਣ। ਪਿਆਰੇ ਬੱਚਿਓ, ਅੱਜ ਦੀ ਕਵਿਤਾ ਅਸੀਂ ਇੱਥੋਂ ਤੱਕ ਹੀ ਕਰਾਂਗੇ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਤੁਸੀਂ ਪਲੀਜ਼ ਇਸ ਨੂੰ ਦੁਬਾਰਾ ਪੜ੍ਹ ਕੇ ਦੇਖਣਾ। ਧੰਨਵਾਦ।